ਅਸੀਂ ਮਾਨ ਸਾਹਿਬ ਜੀ ਨੂੰ ਵੀ ਇਹ ਬੇਨਤੀ ਕਰਦੇ ਹਾਂ, ਜੇ ਤੁਹਾਡੀ ਨੌਲੇਜ ਦੇ ਵਿੱਚ ਇਹ ਮਾਮਲਾ ਨਹੀਂ ਆਇਆ, ਕਿਰਪਾ ਕਰਕੇ ਇਹਦੀ ਪੂਰੀ ਤਰ੍ਹਾਂ ਤਫਤੀਸ਼ ਕਰੋ ਜੀ। ਤੁਸੀਂ ਖੁਦ ਜਿਹੜੇ ਮਾਸਟਰ ਦੇ ਬੇਟੇ ਹੋ, ਜਿਹਨੇ ਆਪਣੇ ਨਾਲ ਕੈਂਡੀਡੇਟ ਖੜੇ ਹੈ, ਹੋ ਸਕਦਾ ਇਹਨਾਂ 'ਚੋਂ ਕਦੇ ਕੋਈ ਥਾਣੇ ਵੀ ਨਹੀਂ ਗਿਆ। ਇਹ ਬੱਚੇ ਹਾਈ ਕੋਰਟ ਤੱਕ ਦੇਖੋ ਜੀ ਪਹੁੰਚ ਗਏ। ਪੜ੍ਹ ਲਿਖ ਗੱਭਰੂ ਵੇਲੇ ਫਿਰਦੇ, ਚੌਂਕਾਂ ਦੇ ਵਿੱਚ ਨਾਰੇ ਲੱਗਦੇ, ਕੋਈ ਨਾ ਸੁਣਦਾ ਕਿੱਥੋਂ ਨੌਕਰੀ, ਹਾਰ ਗਏ ਹੁਣ ਸਾਰੇ ਲੱਗਦੇ। ਟੈਂਕੀਆਂ ਤੇ ਚੜੇ ਦਿਸਦੇ ਮਾਸਟਰ, ਟੈਂਕੀਆਂ ਤੇ ਚੜੇ ਦਿਸਦੇ ਮਾਸਟਰ, ਜਦ ਅਖਬਾਰ ਉਠਾਵਾਂ ਤੇ ਅੱਜ ਮੇਰਾ ਜੀ ਕਰਦਾ, ਚਿਮਟਾ ਵਜਾ ਕੇ ਗਾਵਾਂ ਤੇ ਅੱਜ ਮੇਰਾ ਜੀ ਕਰਦਾ, ਚਿਮਟਾ ਵਜਾ ਕੇ ਗਾਵਾਂ। ਇੱਕ ਬਿਲਕੁਲ ਫਿੱਟ ਬੰਦਾ, ਉਹ ਔਰਥੋ ਦਾ ਹੈਂਡੀਕੈਪ ਦਾ ਸਰਟੀਫਿਕੇਟ ਬਣਵਾ ਕੇ ਇਹਨਾਂ ਦੀ ਮਾਹਿਰ ਟੀਮ ਬੈਠੀ ਸੀ ਡਾਕਟਰਾਂ ਦੀ, ਉਹਨਾਂ ਦੇ ਕੋਲੋਂ ਵੀ ਨਿਕਲ ਗਿਆ। ਅਸੀਂ ਮਾਨ ਸਾਹਿਬ ਜੀ ਨੂੰ ਫਿਰ ਇਹ ਬੇਨਤੀ ਕਰਦੇ ਹਾਂ, ਜਿਹੜੇ ਬੰਦੇ ਇਹਦੇ ਵਿੱਚ ਦੋਸ਼ੀ ਪਾਏ ਗਏ, ਦੇਖੋ ਜੀ ਇਹ ਤੀਜਾ ਮਾਮਲਾ ਆ ਗਿਆ ਜਦੋਂ ਦੀ ਸਰਕਾਰ ਬਣੀ ਹੈ। ਗੁਲਸ਼ਨ ਛਾਬੜਾ ਜੀ ਨੇ ਕਿਹਾ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ। ਰੋਲ ਕਿਉਂ ਨਹੀਂ ਹੈ? ਮਾਨ ਸਾਹਿਬ ਜੀ ਇਸ ਵਾਰ ਜੇ ਉਹ ਦੋਸ਼ੀ ਪਾਏ ਜਾਣਗੇ ਉਹਨਾਂ ਨੂੰ ਸਸਪੈਂਡ ਨਹੀਂ ਕਰਨਾ ਹੈ। ਸਸਪੈਂਡ ਦਾ ਮਤਲਬ ਤਾਂ ਇਹ ਹੈ ਦੁਬਾਰਾ ਫਿਰ ਜੋਬ ਦੇ ਦੋਗੇ, ਬਹਾਲ ਕਰਕੇ ਡਿਸਮਿਸ ਕਰੋ। ਮਾਨ ਸਾਹਿਬ ਜੀ ਹੈਂਡੀਕੈਪ ਬੱਚੇ ਕੀ ਕਰਨਗੇ? ਜਿਹੜੇ ਬੰਦੇ ਰੇਹੜੀਆਂ ਦੇ ਉੱਤੇ ਚੱਲ ਰਹੇ ਨੇ, ਜਿਨ੍ਹਾਂ ਦੀਆਂ ਲੱਤਾਂ ਬਾਹਾਂ ਵੀ ਨਹੀਂ ਕੰਮ ਕਰਦੀਆਂ, ਉਹਨਾਂ ਦੇ ਕੋਟੇ ਜਿਹੜੇ ਬੰਦੇ ਉਹ ਬਣਾ ਰਹੇ ਨੇ ਜਿਹੜੇ ਬਿਲਕੁਲ ਫਿੱਟ ਨੇ। ਮੈਂ ਮਾਨ ਸਾਹਿਬ ਜੀ, ਸਾਡੇ ਬੜੇ ਹੀ ਸਤਿਕਾਰਯੋਗ ਤੁਸੀਂ ਮੁੱਖ ਮੰਤਰੀ ਸਾਹਿਬ ਜੀ ਭਗਵੰਤ ਮਾਨ ਜੀ, ਤੁਹਾਡੇ ਅੱਗੇ ਫਿਰ ਬੇਨਤੀ ਹੈ, ਤੁਸੀਂ ਪੰਜਾਬੀ ਮਾਂ ਬੋਲੀ ਨੂੰ ਕਹਿੰਦੇ ਹੋ ਉੱਪਰ ਚੱਕਣਾ ਹੈ, ਪਰ ਪੰਜਾਬੀ ਮਾਂ ਬੋਲੀ ਦੇ ਨਾਲ ਤਾਂ ਫਿਰ ਅਤਿਆਚਾਰ ਹੋ ਗਿਆ ਜੀ। ਜਿਨ੍ਹਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ, ਲਿਖਣੀ ਨਹੀਂ ਆਉਂਦੀ, ਊੜਾ ਵੀ ਹੋ ਸਕਦਾ ਉਹਨਾਂ ਨੂੰ ਨਾ ਲਿਖਣਾ ਆਉਂਦਾ ਹੋਵੇ। ਕਿਰਪਾ ਕਰਕੇ ਜੇ ਤੁਹਾਡੇ ਤੱਕ ਨਹੀਂ ਆਇਆ ਮਸਲਾ, ਹੁਣ ਇਸ ਮੀਡੀਆ ਦੇ ਰਾਹੀਂ ਤੁਹਾਡੇ ਕੋਲ ਮਸਲਾ ਆ ਰਿਹਾ। ਤਕਰੀਬਨ 19,000 ਬੱਚਿਆਂ ਨੇ ਪੇਪਰ ਦਿੱਤਾ ਹੈ, 5500 ਬੱਚੇ ਜੋ ਫੇਲ ਹੋ ਗਏ ਸੀਗੇ। ਪੇਪਰ ਏ ਦੇ ਵਿੱਚ ਇੱਕ ਵੀ ਨੰਬਰ ਦੀ ਗ੍ਰੇਸ ਨਹੀਂ ਸੀ, 4 ਨੰਬਰ ਦੀ ਬੇਬੁਨਿਆਦੀ ਗ੍ਰੇਸ ਦਿੱਤੀ, ਜੋ ਕਿ ਬਿਲਕੁਲ ਨਹੀਂ ਬਣਦੀ। ਕਮਲ ਵੱਜਿਆ ਕਿ ਉਹਨਾਂ ਨੇ 4 ਨੰਬਰ ਦੀ ਗ੍ਰੇਸ ਦੇ ਦਿੱਤੀ, ਕੋਈ ਤਾਂ ਕਾਰਨ ਹੋਊਗਾ। ਜਦੋਂ ਵੀ ਗ੍ਰੇਸ ਦਿੱਤੀ ਜਾਂਦੀ ਹੈ, ਇਹਨਾਂ ਦੇ ਅਫੀਸ਼ੀਅਲ ਸਾਈਟ ਤੇ ਥੱਲੇ ਦੱਸਿਆ ਜਾਂਦਾ ਹੁੰਦਾ, ਰੀਜਨ ਦੱਸਿਆ ਜਾਂਦਾ ਹੈ। ਮੇਰੇ 91 ਸੀ ਪਹਿਲੇ ਵੀ, ਮੇਰੇ ਹੁਣ ਵੀ 91 ਹੈ, ਮੈਨੂੰ ਤਾਂ 1 ਨੰਬਰ ਦੀ ਵੀ ਨਹੀਂ ਦਿੱਤੀ। ਔਰ ਇਹ ਜੇ ਕੈਂਡੀਡੇਟ ਨੇ ਜਿਹੜੇ ਲੰਘ ਰਹੇ ਨੇ, ਇਹਨਾਂ ਨੂੰ ਤਾਂ ਪੂਰਾ ਊੜਾ ਵੀ ਨਹੀਂ ਆਉਂਦਾ। ਔਰ 5ਵੀਂ ਪੱਧਰ ਤੱਕ ਛੋਟੇ ਬੱਚਿਆਂ ਨੂੰ ਪੜ੍ਹਾਉਣਾ, ਜਿਨ੍ਹਾਂ ਦੇ ਬਾਪ ਦਿਹਾੜੀਦਾਰ ਨੇ, ਉਹ ਉਮੀਦ ਰੱਖਦੇ ਨੇ ਸਾਡੇ ਬੱਚੇ ਕੁਝ ਵੱਡਾ ਬਣਨਗੇ। ਸਰ ਮੇਰਾ 2021 'ਚ ਟੈਟ ਕਲੀਅਰ ਹੋਇਆ ਸੀ, ਮੈਂ ਉਦੋਂ ਦੀ ਮਿਹਨਤ ਕਰਦੀ ਪਈ ਸੀ, ਪਰ ਸਾਨੂੰ ਨਹੀਂ ਪਤਾ ਕਿ ਸਾਡੇ ਨਾਲ ਇੱਡਾ ਵੱਡਾ ਧੱਕਾ ਹੋ ਜਾਏਗਾ। ਗ੍ਰੇਸ ਨਾ ਮਿਲਦੀ ਤੇ ਅਸੀਂ ਵੀ ਸਿਲੈਕਟ ਹੋ ਜਾਣਾ ਸੀ। ਪੰਜਾਬ 'ਚ ਪਹਿਲੀ ਗੱਲ ਤਾਂ ਕੋਈ ਛੇਤੀ ਭਰਤੀ ਨਹੀਂ ਨਿਕਲਦੀ। ਜੇਕਰ ਬੇਰੁਜ਼ਗਾਰ ਭਰਤੀ ਲਈ ਅਪਲਾਈ ਕਰਦੇ ਨੇ, ਕੋਈ ਨਾ ਕੋਈ ਡਿੱਕੇ ਪੈ ਜਾਂਦੇ ਆ। ਇਸੇ ਤਰ੍ਹਾਂ ਹੀ ਇੱਕ ETT 5994 ਭਰਤੀ ਜਿਹੜੀ ਸਿਰੇ ਲੱਗਣ ਤੋਂ ਪਹਿਲਾਂ ਹੀ ਅਦਾਲਤਾਂ ਦੇ ਵੱਲ ਚਲੀ ਗਈ ਹੈ। ਉਸ ਦੇ ਵਿੱਚ ਗੜਬੜ ਕੀ ਹੋਈ? ਇੱਕ ਗ੍ਰੇਸ ਦਿੱਤੀ ਗਈ ਜਿਸ ਦੇ ਨਾਲ ਬਹੁਤ ਸਾਰੇ ਕੈਂਡੀਡੇਟ ਰੇਸ ਦੇ ਵਿੱਚੋਂ ਹੀ ਬਾਹਰ ਹੋ ਗਏ। ਇੱਕ ਨੰਬਰ ਪਿੱਛੇ ਜਿਹੜੇ ਕੈਂਡੀਡੇਟ ਬਾਹਰ ਹੋਏ ਨੇ, ਤਕਰੀਬਨ 3 ਤੋਂ 4 ਕੈਂਡੀਡੇਟ ਇਸ ਪਾਸੇ ਖੜੇ ਨੇ ਮੇਰੇ ਨਾਲ, ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧ ਰੱਖਣ ਵਾਲੇ ਨੇ। ਇਹਨਾਂ ਦੀ ਜਿਹੜੀ ਪ੍ਰੋਬਲਮ ਕੀ ਹੈ, ਮੁਸੀਬਤ ਕੀ ਹੈ, ਤੇ ਇਸ ਭਰਤੀ ਦੇ ਵਿੱਚ ਇਹਨਾਂ ਨੂੰ ਸ਼ਾਮਲ ਕਰਨ ਦੀ ਬਜਾਏ ਬਾਹਰ ਦਾ ਰਸਤਾ ਕਿਉਂ ਵਿਖਾਇਆ ਗਿਆ, ਸਾਰੀ ਗੱਲਬਾਤ ਕਰਾਂਗੇ। ਇਹ ਕੁਰਲਾ ਰਹੇ ਨੇ ਆਪਣੀ ਥਾਂ ਦੇ ਉੱਤੇ ਕਿ ਸਾਡੀ ਭਰਤੀ ਬਣਦੀ ਸੀ, ਸਾਡੇ ਨੰਬਰ ਬਹੁਤ ਜ਼ਿਆਦਾ ਨੇ, ਪਰ 1 ਨੰਬਰ ਦੇ ਕਰਕੇ ਜਿਹੜੀ ਗ੍ਰੇਸ ਦਿੱਤੀ ਗਈ, ਇਸ ਨਾਲ ਹੋਰ ਕੈਂਡੀਡੇਟ ਜਿਹੜੇ ਨਹੀਂ ਕਾਬਲ ਸੀ ਉਹ ਅੰਦਰ ਆ ਗਏ ਔਰ ਅਸੀਂ ਰੇਸ ਦੇ ਬਾਹਰ ਹੋ ਗਏ। ਸਾਰੀ ਗੱਲ ਕਰਦੇ ਹਾਂ ਕਿ ਅਸਲ 'ਚ ਪੂਰਾ ਮਸਲਾ ਕੀ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਔਰ ਤੁਸੀਂ ਇਸ ਭਰਤੀ ਦੇ ਵਿੱਚ ਜਦੋਂ ਪੇਪਰ ਦਿੱਤਾ, ਪਹਿਲੇ ਤੇ ਦੂਜੇ ਪੇਪਰ 'ਚ ਤੁਹਾਡੇ ਨੰਬਰ ਕਿੰਨੇ ਸੀ? ABC ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰਾ ਨਾਮ ਸ਼ੇਖਰ ਕੁਮਾਰ ਹੈ ਜੀ, ਡਿਸਟ੍ਰਿਕਟ ਫਾਜ਼ਿਲਕਾ, ETT 5994 ਦੇ ਕੈਂਡੀਡੇਟ ਹਾਂ ਜੀ ਅਸੀਂ। ਜੀ ਮਾਨ ਸਰਕਾਰ ਨੇ ਜੀ ਪੇਪਰ A ਅਤੇ ਪੇਪਰ B ਰੱਖਿਆ ਸੀ। ਪਹਿਲਾ ਪੇਪਰ ਹੈ ਇਹ, ਉਹ ਕੁਆਲੀਫਾਈ ਸੀ, 100 ਨੰਬਰ ਦਾ ਪੇਪਰ ਸੀ, ਵਿੱਚੋਂ 50 ਲੈਣੇ ਸੀਗੇ। ਔਰ ਮੇਰੇ ਖੁਦ ਦੇ ਨੰਬਰ 100 ਦੇ ਵਿੱਚੋਂ 91 ਹੈ ਪੇਪਰ A ਦੇ ਵਿੱਚੋਂ। ਪੇਪਰ B ਜੋ ਪੇਪਰ ਸੀ ਉਹਦੇ ਆਧਾਰ ਤੇ ਜਿਹੜੀ ਮੈਰਿਟ ਬਣਨੀ ਸੀਗੀ। ਤਕਰੀਬਨ 19,000 ਬੱਚਿਆਂ ਨੇ ਪੇਪਰ ਦਿੱਤਾ, 5500 ਬੱਚੇ ਜੋ ਫੇਲ ਹੋ ਗਏ ਸੀਗੇ, 14,500 ਬੱਚੇ ਜੋ ਕੁਆਲੀਫਾਈ ਕੀਤੇ ਹੈ। ਔਰ ਉਹਨਾਂ ਦੇ ਵਿੱਚੋਂ ਇਹਨਾਂ ਨੇ ਜੋ ਪਹਿਲਾ ਆਨਸਰ ਕੀ ਦਿੱਤੀ ਸੀ ਆਪਣੀ 31 ਮਾਰਚ 2023 ਨੂੰ, ਪੇਪਰ A ਦੇ ਵਿੱਚ ਇੱਕ ਵੀ ਨੰਬਰ ਦੀ ਗ੍ਰੇਸ ਨਹੀਂ ਸੀ। ਤਕਰੀਬਨ 4 ਮਹੀਨੇ ਫਿਰ ਇੱਕ ਕੇਸ ਲੱਗਿਆ ਰਿਹਾ, ਜੇ ਭਰਤੀ ਰੁਕੀ ਰਹੀ। ਰਿਜ਼ਲਟ 8 ਜੁਲਾਈ 2023 ਨੂੰ ਰਿਜ਼ਲਟ ਜਦੋਂ ਆਊਟ ਹੋਇਆ, ਉਹਦੇ ਵਿੱਚ ਇਹਨਾਂ ਨੇ ਪੇਪਰ A ਦੇ ਵਿੱਚ 4 ਨੰਬਰ ਦੀ ਬੇਬੁਨਿਆਦੀ ਗ੍ਰੇਸ ਦਿੱਤੀ, ਜੋ ਕਿ ਬਿਲਕੁਲ ਨਹੀਂ ਬਣਦੀ। ਉਹ ਗ੍ਰੇਸ ਜਿਹੜੀ ਦਿੱਤੀ ਗਈ ਆ, ਕਿਹੜੇ ਆਧਾਰ ਤੇ ਦਿੱਤੀ ਗਈ? ਮਹਿਕਮੇ ਨੇ ਕੁਝ ਤਾਂ ਦੱਸਿਆ ਹੀ ਹੋਣਾ ਨਾ ਕਿ ਅਸੀਂ ਗ੍ਰੇਸ ਇਸ ਕਰਕੇ ਦੇ ਰਹੇ ਹਾਂ। ਹੋ ਸਕਦਾ ਆਨਸਰ ਕੀ ਦੇ ਵਿੱਚ ਕੋਈ ਆਨਸਰ ਗਲਤ ਹੋ। ਨਹੀਂ ਜੀ, 10ਵੀਂ ਬੋਰਡ ਦੀ ਆ ਸਾਡੇ ਕੋਲ ਸਿਲੇਬਸ ਹੈ, ਇਹ ਅਫੀਸ਼ੀਅਲ ਸਾਈਟ ਤੇ ਇਹਨਾਂ ਦਾ ਪਿਆ 10ਵੀਂ ਪੱਧਰ। ਉਹਨਾਂ ਦੀਆਂ ਜੋ ਬੁੱਕਸ ਨੇ ਉਹਦੇ ਆਧਾਰ ਤੇ ਵਿੱਚੇ ਕੁਐਸਚਨ ਪਏ ਆ, ਆਪਸ਼ਨਾਂ ਵੀ ਵਿੱਚ ਹੀ ਪਈਆਂ। ਬਿਲਕੁਲ ਗ੍ਰੇਸ ਨਹੀਂ ਬਣਦੀ ਸੀ। ਅਸੀਂ ਡਿਪਾਰਟਮੈਂਟ ਕੋਲ ਵੀ ਗਏ ਹਾਂ ਜੀ, ਅਸੀਂ ਉਹਨਾਂ ਅੱਗੇ ਆਪਣਾ ਮੰਗ ਪੱਤਰ ਰੱਖਿਆ ਵੀ ਇਹਦੀ ਸੋਧ ਕਰੋ। ਸੋਧ ਕਰਨ ਦੀ ਬਜਾਏ 13 ਜੁਲਾਈ ਨੂੰ ਜਦੋਂ ਅਸੀਂ ਉੱਥੇ ਗਏ ਹਾਂ, ਉਸੇ ਦਿਨ ਹੀ ਇਹਨਾਂ ਨੇ ਮੈਰਿਟ ਲਿਸਟ ਕੱਢਤੀ ਸਕਰੂਟਨੀ।
ਸੋ ਫਿਰ ਅਸੀਂ ਆਪਣੇ ਪੀਏ ਸਾਹਿਬ ਕੋਲ ਵੀ ਗਏ ਉਹਨਾਂ ਉਹ ਵੀ ਕਹਿੰਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੀਤਾ, ਜਾਓ ਕੇਸ ਲਗਾ ਲਓ। ਫਿਰ ਅਸੀਂ ਇਹਦੇ ਉੱਤੇ ਕੇਸ ਦਰਜ ਕਰਤਾ ਜੀ। 2 ਹੀਅਰਿੰਗ ਸਾਡੀ ਹੋ ਗਈ ਹੈ। ਪਹਿਲਾ ਸਪਸ਼ਟੀਕਰਨ ਅਸੀਂ ਰੱਖਿਆ ਸੀਗਾ, ਫਿਰ ਉਹ ਆਪਣਾ ਸਪਸ਼ਟੀਕਰਨ ਰੱਖਿਆ। 18 ਅਗਸਤ ਨੂੰ ਇਹਦੀ ਅਗਲੀ ਸੁਣਵਾਈ ਹੈ। ਇਸ ਅਦਾਲਤ ਵਿੱਚ ਤਾਂ ਗੱਲ ਪਹੁੰਚ ਹੀ ਗਈ। ਇਸ ਤੋਂ ਪਹਿਲਾਂ ਟੇਬਲ ਟਾਕ ਦੇ ਲਈ ਸਿੱਖਿਆ ਮਹਿਕਮੇ ਦੇ ਅਧਿਕਾਰੀਆਂ ਦੇ ਨਾਲ ਕਿਹਦੇ ਨਾਲ ਗੱਲ ਹੋਈ? ਸਿੱਖਿਆ ਮੰਤਰੀ ਤੱਕ ਪਹੁੰਚ ਕੀਤੀ ਤੁਸੀਂ? ਹਾਂਜੀ, ਸਿੱਖਿਆ ਮੰਤਰੀ ਦੇ ਪੀਏ ਜੋ ਗੁਲਸ਼ਨ ਛਾਬੜਾ ਜੀ ਨੇ, ਉਹਨਾਂ ਨੂੰ ਅਸੀਂ ਪਹਿਲਾਂ ਪਰਸਨਲ ਮੈਸੇਜ ਵੀ ਕੀਤੇ WhatsApp ਤੇ, ਉਹਨਾਂ ਦੇ ਦਫ਼ਤਰ ਵੀ ਗਏ ਆ। ਇਸ ਤੋਂ ਪਹਿਲਾਂ ਹਰਪ੍ਰੀਤ ਸਿੰਘ ਜੀ ਜੋ ਡਾਇਰੈਕਟਰ ਸਾਹਿਬ ਨੇ, ਉਹਨਾਂ ਨੂੰ ਅਸੀਂ ਬਾਏ ਫੇਸ ਆਪਣੀ ਯੂਨੀਅਨ ਦੇ ਮੈਂਬਰਾਂ ਦੇ ਨਾਲ ਵੀ ਮਿਲੇ ਆ ਜੀ। ਹਾਂਜੀ, ਉਹਨਾਂ ਨੇ ਜਵਾਬ ਕੀ ਦਿੱਤਾ ਸੀ? ਉਹ ਕਹਿੰਦੇ ਸੀ ਆਪਣਾ ਜੋ ਇੱਥੇ ਲੈਟਰ ਰੱਖ ਜੋ, ਅਸੀਂ ਅੱਗੇ ਸੋਧ ਕਰ ਦਾਂਗੇ ਇਹਨਾਂ ਦੀ, ਪਰ ਅਸੀਂ ਤੁਹਾਨੂੰ ਜਨਤਕ ਨਹੀਂ ਕਰਨਾ। ਸਾਡੀ ਇੱਕ ਆਪਣੀ ਟੀਮ ਬੈਠੇਗੀ, ਉਹ ਹੀ ਡਿਸਾਈਡ ਕਰੂਗੀ ਇਹ ਆਨਸਰ ਗਲਤ ਨੇ ਜਾਂ ਸਹੀ ਨੇ, ਉਹਦੇ ਤੇ ਫੈਸਲਾ ਹੋਊਗਾ। ਅਸੀਂ ਕਿਹਾ ਨਹੀਂ, ਸਾਨੂੰ ਜਨਤਕ ਤਾਂ ਕੀਤਾ ਜਾਵੇ ਨਾ, ਕਿਸ ਆਧਾਰ ਤੇ ਦਿੱਤੀ ਹੈ। ਸੋਧ ਤਾਂ ਕੀ ਕਰਨੀ ਸੀ, ਉਸੇ ਦਿਨ ਹੀ ਉਹਨਾਂ ਨੇ ਸਕਰੂਟਨੀ ਲਿਸਟ ਕੱਢ ਦਿੱਤੀ। ਇੱਕ ਗੱਲ ਤਾਂ ਸਮਝ ਆ ਗਈ ਕਿ 2 ਪੇਪਰ ਹੋਏ, ਇੱਕ ਪਹਿਲਾਂ ਲਾਜ਼ਮੀ ਪੰਜਾਬੀ ਕੀਤਾ ਗਿਆ। ਜਦੋਂ ਦਾ ਇਹ ਸੋਧ ਕੀਤੀ ਗਈ ਕਿ ਲਾਜ਼ਮੀ ਪੰਜਾਬੀ ਹੋਣੀ ਚਾਹੀਦੀ ਹੈ, ਘੱਟੋ ਘੱਟ 50% ਦੀ ਨੰਬਰ ਲੈਣੇ ਆ, ਉਹ ਜਦੋਂ ਦੀ ਸੋਧ ਹੋਈ ਹੈ ਤੁਹਾਡਾ ਪਹਿਲਾ ਪੇਪਰ ਸੀ ਜਾਂ ਬਾਅਦ ਵਿੱਚ ਭਰਤੀ ਹੋਈ? ਨਹੀਂ ਜੀ, ਸਭ ਤੋਂ ਪਹਿਲਾਂ ETT 5994 ਦਾ ਹੀ ਪਹਿਲਾ ਪੇਪਰ ਜਿਹਾ ਸੀ, ਜਦੋਂ ਪੰਜਾਬੀ ਜਿਹੜਾ ਕੁਆਲੀਫਾਈ ਨੇਚਰ ਦਾ ਪੇਪਰ ਰੱਖਿਆ ਗਿਆ। ਇਸ ਤੋਂ ਬਾਅਦ ਕਈ ਪੇਪਰ ਹੋਰ ਹੀ ਹੋਏ, ਜਿੱਦਾਂ ਪਟਵਾਰੀ ਵੀ ਹੋਇਆ। ਈਵਨ ਕੋਈ ਵੀ ਜੋਬ ਲੈਣੀ ਹੈ ਗਵਰਨਮੈਂਟ ਮਹਿਕਮੇ ਵਿੱਚ, ਉਹਦੇ ਵਿੱਚ 50% ਲੈਣੇ ਆ, ਚਾਹੇ ਉਹ 50 ਨੰਬਰ ਦਾ ਹੋਊਗਾ ਤਾਂ 25 ਲੈਣੇ ਹੋਣਗੇ। ਸਾਡਾ 100 ਨੰਬਰ ਦਾ ਸੀਗਾ ਜੀ। ਤਾਂ ਦੂਜੇ ਪੇਪਰ ਦੇ ਵਿੱਚ ਆ ਕੇ ਤੁਹਾਡੇ ਨਾਲ ਇਹ ਬਣੀ ਕਿ ਉਹ ਗ੍ਰੇਸ ਨਾ ਮਿਲਦੀ ਤੇ ਤੁਸੀਂ ਸਿਲੈਕਟ ਹੋ ਜਾਣਾ ਸੀ? ਕਹਿੰਦੇ ਹਾਂਜੀ ਬਿਲਕੁਲ ਜੀ, ਬਹੁਤ ਸਾਰੇ ਤਕਰੀਬਨ 1855 ਬੱਚੇ ਅਜਿਹੇ ਨੇ ਜੋ ਇਸ ਗ੍ਰੇਸ ਕਰਕੇ ਜਿਨ੍ਹਾਂ ਦੇ ਪੇਪਰ A ਦੇ ਵਿੱਚੋਂ ਕੁਆਲੀਫਾਈ ਹੋ ਗਏ, ਉਹਨਾਂ ਦੇ 50 ਨੰਬਰ 51 52 53 ਹੈ, ਔਰ ਦੂਜੇ ਸੈਕਿੰਡ ਲਿਸਟ ਵਿੱਚ ਉਹਨਾਂ ਦੇ ਨੰਬਰ ਕਾਫੀ ਨੇ, ਕੁਛ ਦੇ ਘੱਟ ਵੀ ਨੇ। ਪਰ ਅਸੀਂ ਇਹ ਟਾਰਗੇਟ ਕਰ ਰਹੇ ਹਾਂ ਜੀ ਵੀ ਜੋ ਗ੍ਰੇਸ ਆ ਉਹ ਬੰਦੀ ਨਹੀਂ, ਉਹਨੂੰ ਰਿਮੂਵ ਕਰਕੇ ਨਵੀਂ ਆਨਸਰ ਕੀ ਪਾਈ ਜਾਵੇ। ਉਹਨਾਂ ਨੇ ਉਹ ਨਹੀਂ ਕੀਤੀ, ਇਸ ਲਈ ਸਾਨੂੰ ਕੇਸ ਲਗਾਉਣਾ ਪਿਆ। ਪਰ ਸਿੱਖਿਆ ਮਹਿਕਮਾ ਵੀ ਜਾਂ ਜਿਨ੍ਹਾਂ ਨੇ ਪ੍ਰਬੰਧ ਕੀਤਾ ਹੋਏਗਾ ਆਨਸਰ ਕੀ ਦਾ ਜਾਂ ਗ੍ਰੇਸ ਦਿੱਤੀ, ਉਹ ਵੀ ਕਮਲੇ ਥੋੜੀ ਹੋਣਗੇ, ਉਹ ਵੀ ਚੰਗੀਆਂ ਅਹੁਦਿਆਂ ਦੇ ਉੱਤੇ ਬੈਠੇ ਆ। ਉਹਨਾਂ ਨੂੰ ਕੀ ਹੈ ਵੀ ਕਮਲ ਵੱਜਿਆ ਕਿ ਉਹਨਾਂ ਨੇ 4 ਨੰਬਰ ਦੀ ਗ੍ਰੇਸ ਦੇ ਦਿੱਤੀ? ਕੋਈ ਤਾਂ ਕਾਰਨ ਹੋਊਗਾ ਨਾ ਸਰ ਜੀ। ਜਦੋਂ ਵੀ ਗ੍ਰੇਸ ਦਿੱਤੀ ਜਾਂਦੀ ਹੈ, ਇਹਨਾਂ ਦੇ ਅਫੀਸ਼ੀਅਲ ਸਾਈਟ ਤੇ ਥੱਲੇ ਦੱਸਿਆ ਜਾਂਦਾ ਹੁੰਦਾ, ਰੀਜਨ ਦੱਸਿਆ ਜਾਂਦਾ ਹੈ। ਇਹਨਾਂ ਨੇ ਕੋਈ ਰੀਜਨ ਨਹੀਂ ਦੱਸਿਆ। ਔਰ ਇਹ ਪਹਿਲੀ ਗ੍ਰੇਸ ਇਸ ਤਰ੍ਹਾਂ ਦੀ ਗ੍ਰੇਸ ਹੈ ਜਿੱਦਾਂ 4 ਸਟਾਰ ਲੱਗਿਆ। 4 ਸਟਾਰ ਦਾ ਮਤਲਬ ਹੈ ਈਚ ਐਂਡ ਐਵਰੀ ਸਟੂਡੈਂਟ, ਸਾਰਿਆਂ ਨੂੰ ਹੀ 4 ਨੰਬਰ ਮਿਲਣੇ ਚਾਹੀਦੇ ਆ। ਬਹੁਤ ਸਾਰੇ ਕੈਂਡੀਡੇਟ ਅਜਿਹੇ ਆ ਜਿਨ੍ਹਾਂ ਨੂੰ 1 ਨੰਬਰ ਦੀ ਗ੍ਰੇਸ ਮਿਲੀ, ਕਿਸੇ ਨੂੰ 2 ਦੀ ਮਿਲੀ, ਕਿਸੇ ਨੂੰ 3 ਦੀ ਮਿਲੀ। ਪਰ ਜੋ ਇਹਨਾਂ ਦਾ ਲੈਟਰ ਆਨਸਰ ਕੀ ਹੈ, ਉਹਦੇ ਵਿੱਚ 4 ਨੰਬਰ ਦੀ ਗ੍ਰੇਸ ਪਈ ਹੈ। ਮੇਰੇ 91 ਸੀ ਪਹਿਲੇ ਵੀ, ਮੇਰੇ ਹੁਣ ਵੀ 91 ਹੈ। ਮੈਨੂੰ ਤਾਂ 1 ਨੰਬਰ ਦੀ ਵੀ ਨਹੀਂ ਦਿੱਤੀ, ਔਰ ਅਸੀਂ ਲੈਣੀ ਵੀ ਨਹੀਂ, ਕਿਉਂਕਿ ਅਸੀਂ ਆਦੇ ਮਿਹਨਤ ਦੇ ਲਏ ਆ ਜੀ ਨੰਬਰ। ਅਸੀਂ ਤਾਂ ਇਹ ਕਹਿ ਰਹੇ ਹਾਂ ਵੀ ਇਹ ਗ੍ਰੇਸ ਵੀ ਕਿਸ ਤਰ੍ਹਾਂ ਦੀ ਦੇਤੀ ਹੈ, ਕਿਸ ਆਧਾਰ ਤੇ ਦਿੱਤੀ ਹੈ, ਇਹ ਸਾਡਾ ਕੁਐਸਚਨ ਸੀਗਾ। ਇਹ ਜਿਹੜੀ ਗ੍ਰੇਸ ਦੇ ਸਾਰਾ ਮਸਲਾ ਬਣ ਗਿਆ, ਜਿਹਦੇ ਕਰਕੇ ਤੁਸੀਂ ਦੱਸਿਆ ਕਿ ਕੈਂਡੀਡੇਟ 1000 ਤੋਂ ਵੀ ਵੱਧ ਆ ਜਿਹੜੇ ਬਾਹਰ ਹੋ ਗਏ, ਤਾਂ ਉਸ ਦੇ ਵਿੱਚ ਕਾਰਨ ਕੀ ਨਜ਼ਰ ਆਉਂਦਾ ਹੈ? ਜੇ ਉਹ ਸਾਰਾ ਕੁਝ ਗ੍ਰੇਸ ਸਹੀ ਨਹੀਂ ਹੈ ਤੇ ਫਿਰ ਗਲਤ ਕਿਉਂ? ਉਹਨਾਂ ਨੇ ਕੀ ਆਧਾਰ ਬਣਾਇਆ ਹੋਊਗਾ? ਦੇਖੋ ਸਰ ਜੀ, ਇਹ ਤਾਂ ਸੀ ਪਹਿਲਾ ਮੁੱਦਾ ਜੀ। ਫਿਰ ਜਦੋਂ 8 ਜੁਲਾਈ ਨੂੰ ਇਹਨਾਂ ਨੇ ਰਿਜ਼ਲਟ ਆਊਟ ਕੀਤਾ ਹੈ, ਉੱਥੇ ਇਹਨਾਂ ਨੇ ਕਿਸੇ ਵੀ ਕੈਂਡੀਡੇਟ ਦੇ ਨਾਮ ਦੇ ਨਾਲ ਕੈਟਾਗਰੀ ਮੈਂਸ਼ਨ ਨਹੀਂ ਕੀਤੀ ਹੈਗੀ। ਜਿੱਦਾਂ ਕਿੰਨੇ BC ਨੇ ਪੇਪਰ ਦਿੱਤਾ ਹੈ, ਕਿੰਨੇ ਜਰਨਲ ਸੀ, ਕਿੰਨੇ ਹੈਂਡੀਕੈਪ ਸੀ, ਉਹ ਰਿਜ਼ਲਟ ਆਊਟ ਕੀਤਾ ਇਹਨੇ, ਨਾਲ ਕੈਟਾਗਰੀ ਨਹੀਂ ਪਾਈ। ਹੁਣ ਸਕਰੂਟਨੀ ਦੇ ਵਿੱਚ ਆਦੇ ਵੱਲੋਂ ਹੀ ਉੱਥੇ ਕਿਸੇ ਨੂੰ ਹੈਂਡੀਕੈਪ ਲਿਖ ਦਿੰਦੇ ਆ, ਉਹਨਾਂ ਨੂੰ ਟਪਾਈ ਵੀ ਜਾਂਦੇ ਆ। ਇਹਦੇ ਵਿੱਚੋਂ ਇਹ ਚੀਜ਼ ਕਲੀਅਰ ਹੋ ਰਹੀ ਹੈ ਵੀ ਇਹਦੇ ਵਿੱਚ ਜੋ ਐਜੂਕੇਸ਼ਨ ਡਿਪਾਰਟਮੈਂਟ ਦੇ ਬੰਦੇ ਆ, ਉਹ ਸਭ ਮਿਲੀ ਭੁਗਤ ਨਾਲੇ ਸਾਰਾ ਕੁਝ ਕਰ ਰਹੇ ਆ। ਅਸੀਂ ਮਾਨ ਸਾਹਿਬ ਜੀ ਨੂੰ ਵੀ ਇਹ ਹਦਾਇਤ ਦਿੰਦੇ ਹਾਂ, ਉਹਨਾਂ ਅੱਗੇ ਬੇਨਤੀ ਕਰਦੇ ਹਾਂ, ਜੇ ਤੁਹਾਡੀ ਨੌਲੇਜ ਦੇ ਵਿੱਚ ਇਹ ਮਾਮਲਾ ਨਹੀਂ ਆਇਆ, ਕਿਰਪਾ ਕਰਕੇ ਇਹਦੀ ਪੂਰੀ ਤਰ੍ਹਾਂ ਤਫਤੀਸ਼ ਕਰੋ ਜੀ। ਤੁਸੀਂ ਖੁਦ ਜਿਹੜੇ ਮਾਸਟਰ ਦੇ ਬੇਟੇ ਹੋ, ਇਹ ਜਿਹੜੇ ਆਪਣੇ ਨਾਲ ਕੈਂਡੀਡੇਟ ਖੜੇ ਹੈ, ਹੋ ਸਕਦਾ ਇਹਨਾਂ ਚੋਂ ਕਦੇ ਕੋਈ ਥਾਣੇ ਵੀ ਨਹੀਂ ਗਿਆ। ਇਹ ਬੱਚੇ ਹਾਈ ਕੋਰਟ ਤੱਕ ਦੇਖੋ ਜੀ ਪਹੁੰਚ ਗਏ। ਇੰਨੀ ਖੱਜਲ ਖਵਾਰੀ ਨਹੀਂ ਹੋਣੀ ਸੀ ਜੇਕਰ ਇਹਨਾਂ ਦੇ ਡਿਪਾਰਟਮੈਂਟ ਦੇ ਬੰਦੇ ਦੀ ਪੂਰੀ ਤਰ੍ਹਾਂ ਬਰੀਕੀ ਤਰ੍ਹਾਂ ਤਫਤੀਸ਼ ਕਰਨ। ਕੱਲ ਵੀ 4 ਜਿਹੜੀ ਤਰੀਕ ਨੂੰ ਲਾਸਟ ਸਕਰੂਟਨੀ ਦਾ ਦਿਨ ਸੀਗਾ, ਇੱਕ ਬਿਲਕੁਲ ਫਿੱਟ ਬੰਦਾ, ਉਹ ਔਰਥੋ ਦਾ ਹੈਂਡੀਕੈਪ ਦਾ ਸਰਟੀਫਿਕੇਟ ਬਣਵਾ ਕੇ ਇਹਨਾਂ ਦੀ ਮਾਹਿਰ ਟੀਮ ਬੈਠੀ ਸੀ ਡਾਕਟਰਾਂ ਦੀ, ਉਹਨਾਂ ਦੇ ਕੋਲੋਂ ਵੀ ਨਿਕਲ ਗਿਆ ਔਰ ਸਕਰੂਟਨੀ ਕਰਾ ਗਿਆ। ਬਾਅਦ ਵਿੱਚ ਇੱਕ ਹੈਂਡੀਕੈਪ ਬੱਚਾ, ਉਹਦਾ ਨਾਮ ਨਿਰਵੈਰ ਸਿੰਘ, ਉਹਨੇ ਉਹਦੇ ਉੱਤੇ ਆਬਜੈਕਸ਼ਨ ਲਗਾਈ ਹੈ। ਦੇਖ ਲਓ ਜੀ, ਇਸ ਤਰ੍ਹਾਂ ਸਾਰਾ ਕੁਝ ਹੋ ਰਿਹਾ। EWS ਦੇ ਕਈ ਤਰ੍ਹਾਂ ਦੇ ਸਰਟੀਫਿਕੇਟ ਬਣੇ ਹੋਏ ਜਾਲੀ, ਕਿਉਂਕਿ ਇਹਦੀ ਹਦਾਇਤਾਂ ਹੈ 40 ਕਿੱਲਾ ਪੈਲੀ ਨਹੀਂ ਹੋਣੀ ਚਾਹੀਦੀ। ਜਿਸ ਦਾ ਜੋ ਫਾਦਰ ਹੈ ਉਹ ਗਵਰਨਮੈਂਟ ਜੋਬ ਲੱਗਿਆ, ਉਹ ਵੀ ਨਹੀਂ ਬਣਾ ਸਕਦਾ, ਕਿਉਂਕਿ ਜੇ ਕੈਟਾਗਰੀ ਮੈਂਸ਼ਨ ਕਰ ਦੇਣਗੇ, ਹਰੇਕ ਸਟੂਡੈਂਟ ਘਰ ਬੈਠੇ ਅੰਦਾਜ਼ਾ ਲਾ ਸਕਦਾ ਹੈ ਵੀ ਕਿੰਨੀ ਮੈਰਿਟ ਡਾਊਨ ਆ ਰਹੀ ਹੈ, ਕਿੰਨੇ ਜਰਨਲ ਬੱਚੇ ਸੀਗੇ, ਕਿੰਨੇ BC ਬੱਚੇ ਸੀਗੇ, ਕਿੰਨੀਆਂ ਸਾਡੀਆਂ ਪੋਸਟਾਂ, ਸਾਰਾ ਕੁਝ ਕੈਟਾਗਰੀ ਤੇ ਹੈ। ਔਰ ਇਹ ਜੋ ਸਕੈਮ ਹੋਇਆ, ਇਹ ਬਹੁਤ ਹੀ ਮਿਲੀ ਭੁਗਤ ਨਾਲ ਹੋਇਆ। ਬਹੁਤ ਸਾਰੇ ਬੰਦੇ ਇਹਦੇ ਵਿੱਚ ਹੈਗੇ ਆ। ਅਸੀਂ ਮਾਨ ਸਾਹਿਬ ਜੀ ਨੂੰ ਫਿਰ ਇਹ ਬੇਨਤੀ ਕਰਦੇ ਹਾਂ, ਜਿਹੜੇ ਬੰਦੇ ਇਹਦੇ ਵਿੱਚ ਦੋਸ਼ੀ ਪਾਏ ਗਏ ਆ, ਦੇਖੋ ਜੀ ਇਹ ਤੀਜਾ ਮਾਮਲਾ ਆ ਗਿਆ ਜਦੋਂ ਦੀ ਸਰਕਾਰ ਬਣੀ ਹੈ। ਪਹਿਲਾਂ ਇੱਕ B.Ed ਦਾ ਕੇਸ ਆਇਆ ਸੀ, 60 ਕੁਐਸਚਨ ਹਾਈਲਾਈਟ ਕਰਤੇ ਸੀ ਇਹਨਾਂ ਨੇ, ਫਿਰ ਉਹ ਪੇਪਰ ਦੁਬਾਰਾ ਲਿਆ ਗਿਆ। ਫਿਰ ਮਾਸਟਰ ਕੈਡਰ ਦੀ ਭਰਤੀ ਆਈ,
41 ਦੀ, ਉਹ ਵੀ ਹਾਈ ਕੋਰਟਾਂ ਦੇ ਵਿੱਚ। ਫਿਰ ਉਹ ਬੱਚੇ ਨੇ ਹਾਈ ਕੋਰਟ ਦੇ ਵਿੱਚ ਕੇਸ ਜਿੱਤਿਆ, ਆਫਰ ਲੈਟਰ ਵੀ ਵੰਡਦੇ ਸੀ ਇਹਨਾਂ ਨੇ, ਫਿਰ ਆਫਰ ਲੈਟਰ ਦੁਬਾਰਾ ਖੋਨੇ ਪਏ, ਬੱਚੇ ਡਿਪਰੈਸ ਵਿੱਚ ਹੋ ਗਏ ਜਿਨ੍ਹਾਂ ਤੋਂ ਖੋਏ ਵੀ ਗਏ। ਔਰ ਇਹ ਸਾਡਾ ਤੀਜਾ ਮੈਟਰ ਹੈ। ਕਿਉਂ ਨਹੀਂ ਇਹਨਾਂ ਦਾ ਸਿੱਖਿਆ ਮਹਿਕਮਾ ਪਹਿਲਾਂ ਹੀ ਥੱਲੇ ਪੱਧਰ ਤੇ ਇਹਨੂੰ ਜਿਹੜਾ ਤਫਤੀਸ਼ ਕਰਦਾ? ਕਿਉਂ ਸਾਨੂੰ ਉਹਨਾਂ ਨੇ ਕਿਹਾ ਵੀ ਜਾਓ ਕੇਸ ਲਗਾ ਲਓ? ਗੁਲਸ਼ਨ ਛਾਬੜਾ ਜੀ ਨੇ ਕਿਹਾ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ। ਰੋਲ ਕਿਉਂ ਨਹੀਂ ਹੈ? ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਤਾਂ ਆਮ ਆਦਮੀ ਸਰਕਾਰ ਦੇ ਥੱਲੇ ਹੈ। ਇਹਨਾਂ ਨੇ ਉਹਨਾਂ ਨੂੰ ਕਿਹਾ ਵੀ ਪੇਪਰ ਬਣਾਓ, ਜੇ ਉਹਨਾਂ ਨੇ ਬਣਾਤਾ ਹੈ। ਮਾਨ ਸਾਹਿਬ ਜੀ ਇਸ ਵਾਰ ਜੇ ਉਹ ਦੋਸ਼ੀ ਪਾਏ ਜਾਣਗੇ ਉਹਨਾਂ ਨੂੰ ਸਸਪੈਂਡ ਨਹੀਂ ਕਰਨਾ ਹੈ। ਸਸਪੈਂਡ ਦਾ ਮਤਲਬ ਤਾਂ ਇਹ ਹੈ ਦੁਬਾਰਾ ਫਿਰ ਜੋਬ ਦੇ ਦੋਗੇ ਬਹਾਲ ਕਰਕੇ, ਡਿਸਮਿਸ ਕਰੋ ਇਹਨਾਂ ਨੇ। ਆਪਾਂ ਸਕੂਲ ਐਮਿਨੈਂਸ ਦੀ ਗੱਲ ਕਰ ਰਹੇ ਹਾਂ, ਔਰ ਇਹ ਜੇ ਕੈਂਡੀਡੇਟ ਨੇ ਜਿਹੜੇ ਲੰਘ ਰਹੇ ਨੇ ਇਹਨਾਂ ਨੂੰ ਤਾਂ ਪੂਰਾ ਊੜਾ ਵੀ ਨਹੀਂ ਆਉਂਦਾ। ਔਰ 5ਵੀਂ ਪੱਧਰ ਤੱਕ ਛੋਟੇ ਬੱਚਿਆਂ ਨੂੰ ਪੜ੍ਹਾਉਣਾ, ਜਿਨ੍ਹਾਂ ਦੇ ਬਾਪ ਦਿਹਾੜੀਦਾਰ ਨੇ, ਉਹ ਉਮੀਦ ਰੱਖਦੇ ਨੇ ਸਾਡੇ ਬੱਚੇ ਕੁਝ ਵੱਡਾ ਬਣਨਗੇ, ਪਰ ਉਹ ਉੱਥੇ ਟੀਚਰ ਇਹੋ ਜਿਹੇ ਜਾਣਗੇ ਜਿਨ੍ਹਾਂ ਨੂੰ ਖੁਦ ਉੜਾੜਾ ਨਹੀਂ ਆਉਂਦਾ, ਉਹ ਕੀ ਪੜ੍ਹਾਉਣਗੇ? ਆਪਾਂ ਇਹੋ ਜਿਹੇ ਸਕੂਲ ਐਮਿਨੈਂਸ ਦੀ ਕੀ ਫਿਰ ਗੱਲ ਕਰਾਂਗੇ? ਇਹਦੀ ਬਰੀਕੀ ਨਾਲ ਤਫਤੀਸ਼ ਕਰੋ ਜੀ। ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ। ਜੋ ਬੱਚੇ ਅਸਲ ਵਿੱਚ ਮਿਹਨਤੀ ਬੱਚੇ ਸੀ, ਹੁਣ ਜੇ ਮੈਂ ਪੰਜਾਬੀ ਵਿੱਚੋਂ 91 ਨੰਬਰ ਲਏ ਹੈ ਜੀ, ਡਰ ਸੀਗਾ ਵੀ ਇਹਨੂੰ ਕੁਆਲੀਫਾਈ ਕਰਨਾ, ਬਹੁਤ ਜ਼ਿਆਦਾ ਮਿਹਨਤ ਕੀਤੀ, ਦੂਜੇ ਪਾਸੇ ਵੀ ਮਿਹਨਤ ਕੀਤੀ ਹੈ, 112 ਨੰਬਰ ਹੈਗੇ ਹੈ, ਪਰ ਉਹਦੇ ਵਿੱਚ ਜਿਹੜੇ ਆਹ ਬੱਚੇ ਵਾੜਤੇ ਹੈ, ਕੁਝ ਤੁਸੀਂ ਕੈਟਾਗਰੀ ਨਹੀਂ ਪਾਈ, ਸਾਨੂੰ ਕੁਝ ਕਲੀਅਰ ਹੀ ਨਹੀਂ ਹੋ ਰਿਹਾ। ਅਸੀਂ ਤੁਹਾਨੂੰ ਇਹ ਟਾਰਗੇਟ ਨਹੀਂ ਕਰ ਰਹੇ ਵੀ ਤੁਹਾਡੀ ਸਾਰੀ ਸਰਕਾਰ ਗਲਤ। ਅਸੀਂ ਇਹ ਕਹਿੰਦੇ ਆ ਜੋ ਤੁਹਾਡਾ ਐਜੂਕੇਸ਼ਨ ਦੇ ਜਿੰਨਾ ਬੰਦਿਆਂ ਨੂੰ ਮੈਂ ਮਿਲਿਆ ਜੀ, ਉਹਨਾਂ ਸਾਡੀ ਸੁਣਵਾਈ ਨਹੀਂ ਕੀਤੀ, ਇਹ ਸਾਰੀ ਮਿਲੀ ਭੁਗਤ ਹੈ ਜੀ। ਤਾਂ ਇੱਥੇ ਕੁਝ ਕੈਂਡੀਡੇਟ ਨੇ ਜਿਹੜੇ ਮੇਲ ਵੀ ਨੇ ਫੀਮੇਲ ਵੀ ਨੇ, ਇਹ ਵੀ ਆਏ ਨੇ, ਇਹਨਾਂ ਤੋਂ ਵੀ ਜਾਣਦੇ ਆ। ਤੁਸੀਂ ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ? ਪਠਾਨਕੋਟ ਤੋਂ ਜੀ। ਤਾਂ ਤੁਸੀਂ ਵੀ ਇਸ ਕੈਟਾਗਰੀ ਦੇ ਵਿੱਚ ਸੀ ਕਿ ਬਾਹਰ ਹੋ ਗਏ, ਯਾਨੀ ਕਿ ਗ੍ਰੇਸ ਨਾ ਮਿਲਦੀ ਤਾਂ ਤੁਸੀਂ ਵੀ ਸਿਲੈਕਟ ਹੁੰਦੇ ਆ? ਹਾਂਜੀ, ਜੇ ਗ੍ਰੇਸ ਨਾ ਮਿਲਦੀ ਤੇ ਅਸੀਂ ਵੀ ਸਿਲੈਕਟ ਹੋ ਜਾਣਾ ਸੀ। ਗ੍ਰੇਸ ਕਰਕੇ ਅਸੀਂ ਰਹਿ ਗਏ। ਤਾਂ ਤੁਸੀਂ ਕਿੰਨੇ ਸਾਲ ਤੋਂ ਮਿਹਨਤ ਵਿੱਚ ਲੱਗੇ ਹੋਏ ਸੀ ਕਿ ਅੱਜ ਇਹ ਪੇਪਰ ਆਊਗਾ, ਫਿਰ ਅਸੀਂ ਪਾਸ ਕਰਾਂਗੇ, ਫਿਰ ਨੌਕਰੀ ਪਾਵਾਂਗੇ? ਸਰ ਮੇਰਾ 2021 'ਚ ਟੈਟ ਕਲੀਅਰ ਹੋਇਆ ਸੀ। ਮੈਂ ਉਦੋਂ ਦੀ ਮਿਹਨਤ ਕਰਦੀ ਪਈ ਸੀ, ਪਰ ਸਾਨੂੰ ਨਹੀਂ ਪਤਾ ਕਿ ਸਾਡੇ ਨਾਲ ਏਡਾ ਵੱਡਾ ਧੱਕਾ ਹੋ ਜਾਏਗਾ। ਤੇ ਜਿਹੜਾ ਇਹਨਾਂ ਨੇ ਡਿਟੇਲ ਦੇ ਵਿੱਚ ਮਸਲਾ ਵੈਸੇ ਤਾਂ ਸਾਰਾ ਹੀ ਦੱਸ ਦਿੱਤਾ, ਫਿਰ ਵੀ ਤੁਹਾਡੇ ਨਾਲ ਦੇ ਹੋਰ ਕਿੰਨੇ ਕੈਂਡੀਡੇਟ ਹੋਣਗੇ? ਕਿਉਂਕਿ ਜਦੋਂ ਤਿਆਰੀ ਕਰਦੇ ਆ ਸਰਕਲ ਵਿੱਚ ਬਹੁਤ ਸਾਰੇ ਲੋਕ ਹੁੰਦੇ ਆ ਜਿਹੜੇ ਇਸ ਗੱਲ ਨੂੰ ਲੈ ਕੇ ਪਛਤਾ ਰਹੇ ਆ ਕਿ ਜੇ ਸਰਕਾਰ ਸਹੀ ਸਮੇਂ ਤੇ ਤਫਤੀਸ਼ ਕਰਦੀ ਤੇ ਸਾਰਿਆਂ ਨੂੰ ਨੌਕਰੀ। ਕਿੰਨੇ ਕੁ ਜਣੇ ਹੋਣਗੇ? ਕੀ ਗੱਲਾਂ ਕਰ ਰਹੇ ਆ ਉਹ? ਸਰ ਬਹੁਤ ਕੈਂਡੀਡੇਟ ਨੇ ਜਿਹੜੇ ਗੱਲਾਂ ਕਰ ਰਹੇ ਨੇ, ਕਿਉਂਕਿ ਸਾਡੇ ਪੰਜਾਬ ਵਿੱਚ ਬਹੁਤ ਕੋਚਿੰਗ ਸੈਂਟਰ ਨੇ, ਬੱਚਿਆਂ ਨੇ ਕੋਚਿੰਗ ਲਈ ਹੋਈ ਸੀ, ਪਰ ਉਹਨਾਂ ਦਾ ਕੋਈ ਫਾਇਦਾ ਨਹੀਂ ਹੋਇਆ ਉਹਨਾਂ ਨੂੰ, ਕਿਉਂ ਗ੍ਰੇਸ ਦੇਣ ਨਾਲ ਸਾਰਿਆਂ ਦਾ ਮਤਲਬ ਕਿ ਨੰਬਰ ਆਣਾ ਸੀ, ਉਹ ਨਹੀਂ ਆ ਸਕਿਆ। ਤੁਸੀਂ ਕਿਹੜੇ ਜ਼ਿਲ੍ਹੇ ਤੋਂ? ਮੋਹਾਲੀ ਜ਼ਿਲ੍ਹੇ ਤੋਂ। ਤਾਂ ਤੁਹਾਡੇ ਵੀ ਇਸੇ ਮਸਲੇ ਦੇ ਵਿੱਚ ਤੁਸੀਂ ਵੀ ਖੜੇ ਹੋ ਉੱਥੇ ਕਿ ਇੱਕ ਅੱਧੇ ਨੰਬਰ ਦੇ ਉੱਤੋਂ ਰਹਿ ਗਏ ਹੋ ਜਾਂ ਫਿਰ ਕਾਫੀ ਨੰਬਰਾਂ ਦਾ ਫਰਕ? नहीं सर, मेरे भी 106 नंबर है। मेरी भी कैटेगरी SCR एंड O है, ਉਹਦੇ ਹਿਸਾਬ ਨਾਲ ਮੇਰਾ ਵੀ ਨੰਬਰ ਆਣਾ ਚਾਹੀਦਾ ਸੀ, ਤਾਂ ਉਹਦੇ 4 ਨੰਬਰ ਕਰਕੇ ਮੇਰਾ ਰਹਿ ਗਿਆ ਜੀ। ਤੁਹਾਨੂੰ ਵੈਸੇ ਮਸਲੇ ਦੇ ਵਿੱਚੋਂ ਕੀ ਨਜ਼ਰ ਆ ਰਿਹਾ ਕਿ ਕੁਝ ਕੁ ਅਧਿਕਾਰੀ ਜਿਹੜੇ ਸਿੱਖਿਆ ਦੇ ਜਿਨ੍ਹਾਂ ਨੇ ਪ੍ਰਬੰਧ ਕਰਨਾ ਸੀ ਉਹਨਾਂ ਦੀ ਨਲਾਇਕੀ ਕਰਕੇ ਹੈ ਜਾਂ ਫਿਰ ਮਸਲਾ ਕੋਈ ਹੋਰ ਲੱਗਦਾ? ਡਿਪਾਰਟਮੈਂਟ ਦੀ ਵੀ ਹੋ ਜੇ, ਉਹਨਾਂ ਨੇ ਚੰਗੀ ਤਰ੍ਹਾਂ ਨਹੀਂ ਸੋਧ ਕੀਤੀ ਉਹਦੇ 'ਚ, ਉਹਦੀ ਸਾਰਿਆਂ ਨੇ ਮਿਲੇ ਭੁਗਤੀ ਹੈ ਜੀ। ਤਾਂ ਇਹ ਉਹ ਕੈਂਡੀਡੇਟ ਨੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ, ਜਿਨ੍ਹਾਂ ਨੇ ਇਸ ਭਰਤੀ ਦੇ ਬਾਰੇ ਦੱਸਿਆ ਕਿ ਕਿਵੇਂ ਗ੍ਰੇਸ 4 ਨੰਬਰਾਂ ਦੀ ਫਾਲਤੂ ਦੇ ਦਿੱਤੀ ਗਈ, ਜਿਸ ਦੇ ਕਰਕੇ ਪੰਗੇ ਪਏ ਨੇ। ਅਖੀਰ ਦੇ ਵਿੱਚ ਜਾਣਦੇ ਆ ਕਿ ਹੁਣ ਇਹਨਾਂ ਦਾ ਅਗਲਾ ਸਟੈਪ ਕੀ ਹੋ ਸਕਦਾ। ਸਭ ਤੋਂ ਪਹਿਲਾਂ ਤੇ ਹੀ ਸ਼ੇਖਰ ਜੀ ਤੁਸੀਂ ਇਹ ਦੱਸੋ ਕਿ ਹੁਣ ਸਾਰੀ ਗੱਲਬਾਤ ਤੇ ਹੋ ਗਈ ਇਸ ਮਸਲੇ ਦੇ ਵਿੱਚ, ਜੇਕਰ ਗੱਲ ਨਹੀਂ ਬਣਦੀ ਤਾਂ ਫਿਰ ਤੁਹਾਡੇ ਕੋਲ ਸਟੈਪ ਕੀ ਹੈ ਅਗਲਾ ਬੱਚੇ ਲੜਾਈ ਲਈ? ਦੇਖੋ ਜੀ, ਅਸੀਂ ਪਹਿਲਾਂ ਵੀ ਡਿਪਾਰਟਮੈਂਟ ਕੋਲ ਬੇਨਤੀ ਕੀਤੀ ਸੀ, ਜੋ ਸਾਡੇ ਯੂਨੀਅਨ ਆਗੂ ਬਣੇ ਆ ਉਹਨਾਂ ਨੂੰ ਅਸੀਂ ਬਾਏ ਸਟੈਪ ਗਏ ਆ ਜੀ, ਸਭ ਨੂੰ ਕਨਫਰਮ ਕਰਕੇ ਗਏ ਆ। ਜਦੋਂ ਸਾਡੀ ਮਦਦ ਹੀ ਨਹੀਂ ਕੀਤੀ ਗਈ, ਇਸ ਲਈ ਫਿਰ ਸਾਨੂੰ ਹਾਈ ਕੋਰਟ ਦਾ ਜਿਹੜਾ ਰਾਹ ਪਕੜਨਾ ਪਿਆ। ਇੱਕ ਕੇਸ ਤਾਂ ਸਾਡਾ ਆਲਰੇਡੀ ਚੱਲ ਰਿਹਾ, ਉਹ ਤਾਂ ਮਾਨਯੋਗ ਜੱਜ ਸਾਹਿਬ ਜੀ ਹਾਈ ਕੋਰਟ ਜੀ ਜੋ ਫੈਸਲਾ ਸੁਣਾਓਗੇ ਉਹ ਹੀ ਅੰਤਿਮ ਮੰਨਿਆ ਜਾਣਾ। ਦੂਜਾ ਜੋ ਮੈਟਰ ਤੁਹਾਡੇ ਸਾਹਮਣੇ ਮੈਂ ਇਹ ਕਰ ਰਿਹਾ ਜੀ, ਇਹ 5994 ਦੀ ਲਿਸਟ ਹੈ, ਇਹਦੇ ਵਿੱਚ ਕਿਤੇ ਵੀ ਕੈਂਡੀਡੇਟ ਦੀ ਨਹੀਂ ਪਾਏਗਾ ਨਾਮ। ਦੇਖੋ ਇਹ 6635 ਇਸ ਤੋਂ ਪਹਿਲਾਂ ਇੱਕ ਭਰਤੀ ਹੋਈ ਹੈ, ਉਦੋਂ ਵੀ ਡਾਇਰੈਕਟਰ ਜਿਹੜੇ ਹਰਪ੍ਰੀਤ ਸਿੰਘ ਸੀਗੇ ਜੀ, ਉਦੋਂ ਤੋਂ ਗੈਪ ਹੋਣੀ ਸ਼ੁਰੂ ਹੋਈ ਹੈ। ਇਹ 2364 ਦਾ ਹੈ, 2364 ਦੇ ਵਿੱਚ ਕੈਟਾਗਰੀ ਮੈਂਸ਼ਨ ਹੈ। ਔਰ ਇਹ ਜੋ ਸਾਡੀ ਭਰਤੀ ਤੋਂ ਬਾਅਦ ਪਟਵਾਰੀ ਦਾ ਪੇਪਰ ਹੋਇਆ ਜੀ, ਇਹਦੇ ਵਿੱਚ ਪਾਈ ਗਈ ਹੈ ਕੈਟਾਗਰੀ। ਬਹੁਤ ਵਧੀਆ ਉਹਨਾਂ ਨੇ ਰਿਜ਼ਲਟ ਬਣਾਇਆ ਜੀ, A B ਦੋਨੋਂ ਨਾਲ ਇਕੱਠੇ ਲਿਖੇ ਪੇਪਰ। ਇਹਨਾਂ ਨੇ ਤਾਂ ਜਦੋਂ ਰਿਜ਼ਲਟ ਪਾਇਆ ਜੀ, ਆਨਸਰ ਕੀ ਅਲੱਗ ਰੱਖਤੀ, B ਦੀ ਅਲੱਗ ਰੱਖਤੀ, A ਦੀ PDF ਅਲੱਗ ਰੱਖਤੀ, B ਦੀ ਅਲੱਗ ਰੱਖਤੀ, ਬੱਚਿਆਂ ਨੂੰ ਕੋਈ ਸਮਝ ਹੀ ਨਾ ਆਵੇ, ਪੂਰਾ ਉਲਝਾਇਆ ਗਿਆ ਜੀ। ਫਿਰ ਐਕਸਾਈਜ਼ ਦਾ ਪੇਪਰ ਹੋਇਆ, ਉਹਦੇ ਵਿੱਚ ਵੀ ਬਣੀ ਹੈ। ਇਦਾਂ ਦੇ 3-4 ਹੋਰ ਵੀ ਪੇਪਰ ਹੋ ਗਿਆ, ਫੋਰੈਸਟ ਗਾਰਡ ਦੇ ਹੋ ਗਏ ਇਦਾਂ ਦੇ। ਅਸੀਂ ਤਾਂ ਫਿਰ ਦੁਬਾਰਾ ਇਹ ਬੇਨਤੀ ਕਰ ਰਹੇ ਹਾਂ, ਪਰਸੋਂ ਵੀ ਗਏ ਸੀ ਅਸੀਂ ਇਹਨਾਂ ਕੋਲ, 3 ਤਰੀਕ ਨੂੰ ਗਏ ਹਾਂ ਜੀ, ਕਿਰਪਾ ਕਰਕੇ ਮੈਡਮ ਜੀ ਸਹਾਇਕ ਡਾਇਰੈਕਟਰ ਸੀਗੇ ਵੀ ਕੈਟਾਗਰੀ ਪਾ ਦਿਓ। ਉਹ ਕਹਿੰਦੀ ਬੇਟਾ ਜੀ ਅਸੀਂ ਆਲਰੇਡੀ ਸਕਰੂਟਨੀ ਦੇ ਵਿੱਚ ਤਾਂ ਪਾ ਰਹੇ ਹਾਂ। ਅਸੀਂ ਕਿਹਾ ਮੈਡਮ ਜੀ ਜੇਕਰ ਤੁਸੀਂ ਉੱਥੇ ਪਾ ਰਹੇ ਹੋ ਤਾਂ ਅਫੀਸ਼ੀਅਲ ਤੇ ਆਪਾਂ ਨੂੰ ਕੀ ਡਰ ਹੈ? ਇੱਕ ਹੈਂਡੀਕੈਪ ਬੱਚਾ ਗਿਆ ਜੀ ਨਿਰਵੈਰ ਸਿੰਘ, ਉਹ ਪਰਸਨ ਵਾਰ-ਵਾਰ ਇਹ ਕਹਿ ਰਿਹਾ ਸੀ ਮੈਡਮ ਜੀ ਮੈਂ ਤਾਂ ਕੁਝ ਕਰ ਹੀ ਨਹੀਂ ਸਕਦਾ। ਮਾਨ ਸਾਹਿਬ ਜੀ ਹੈਂਡੀਕੈਪ ਬੱਚੇ ਕੀ ਕਰਨਗੇ? ਜਿਹੜੇ ਬੰਦੇ ਰੇਹੜੀਆਂ ਦੇ ਉੱਤੇ ਚੱਲ ਰਹੇ ਨੇ, ਜਿਨ੍ਹਾਂ ਦੀਆਂ ਲੱਤਾਂ ਬਾਹਾਂ ਵੀ ਨਹੀਂ ਕੰਮ ਕਰਦੀਆਂ, ਉਹਨਾਂ ਦੇ ਕੋਟੇ ਜਿਹੜੇ ਬੰਦੇ ਉਹ ਬਣਾ ਰਹੇ ਨੇ ਜਿਹੜੇ ਬਿਲਕੁਲ ਫਿੱਟ ਨੇ। ਔਰ ਉਹ ਪਰਸਨ ਦਾਵਾ ਕਰਦਾ 30-35 ਬੱਚੇ ਕੱਲ ਜੇ ਹੋ ਗਏ ਨੇ ਜਿਹੜੇ ਉੱਥੇ ਸਕਰੂਟਨੀ ਕਰਵਾ ਆਏ ਨੇ, ਮਾਹਿਰ ਡਾਕਟਰ ਬੈਠੇ ਹੋਣ, ਫਿਰ ਵੀ ਇਹ ਹੋ ਗਿਆ।
ਇਹਦੇ ਤੇ ਮੈਂ ਕੁਝ ਲਾਈਨਾਂ ਵੀ ਤੁਹਾਨੂੰ ਪੇਸ਼ ਕਰ ਦੇਣਾ। ਦੇਸ਼ ਮੇਰੇ ਵਿੱਚ ਕੀ ਹੋਵੇ ਸਾਰਾ ਹਾਲ ਸੁਣਾਵਾਂ, ਦੇਸ਼ ਮੇਰੇ ਵਿੱਚ ਕੀ ਹੋਵੇ ਸਾਰਾ ਹਾਲ ਸੁਣਾਵਾਂ, ਤੇ ਅੱਜ ਮੇਰਾ ਜੀ ਕਰਦਾ ਹੈ ਚਿਮਟਾ ਵਜਾ ਕੇ ਗਾਵਾਂ, ਤੇ ਅੱਜ ਮੇਰਾ ਜੀ ਕਰਦਾ ਹੈ ਚਿਮਟਾ ਵਜਾ ਕੇ ਗਾਵਾਂ। ਪੜ੍ਹ ਲਿਖ ਗੱਭਰੂ ਵੇਲੇ ਫਿਰਦੇ ਚੌਂਕਾਂ ਦੇ ਵਿੱਚ ਨਾਰੇ ਲੱਗਦੇ, ਕੋਈ ਨਾ ਸੁਣਦਾ ਕਿੱਥੋਂ ਨੌਕਰੀ ਹਾਰ ਗਏ ਹੁਣ ਸਾਰੇ ਲੱਗਦੇ। ਟੈਂਕੀਆਂ ਤੇ ਚੜੇ ਦਿਸਦੇ ਮਾਸਟਰ, ਟੈਂਕੀਆਂ ਤੇ ਚੜੇ ਦਿਸਦੇ ਮਾਸਟਰ, ਜਦ ਅਖਬਾਰ ਉਠਾਵਾਂ, ਤੇ ਅੱਜ ਮੇਰਾ ਜੀ ਕਰਦਾ ਹੈ ਚਿਮਟਾ ਵਜਾ ਕੇ ਗਾਵਾਂ, ਤੇ ਅੱਜ ਮੇਰਾ ਜੀ ਕਰਦਾ ਹੈ ਚਿਮਟਾ ਵਜਾ ਕੇ ਗਾਵਾਂ। ਅੰਤ ਵਿੱਚ ਮੈਂ ਮਾਨ ਸਾਹਿਬ ਜੀ, ਸਾਡੇ ਬੜੇ ਹੀ ਸਤਿਕਾਰਯੋਗ ਤੁਸੀਂ ਮੁੱਖ ਮੰਤਰੀ ਸਾਹਿਬ ਜੀ ਭਗਵੰਤ ਮਾਨ ਜੀ, ਤੁਹਾਡੇ ਅੱਗੇ ਫਿਰ ਬੇਨਤੀ ਹੈ, ਤੁਸੀਂ ਪੰਜਾਬੀ ਮਾਂ ਬੋਲੀ ਨੂੰ ਕਹਿੰਦੇ ਹੋ ਉੱਪਰ ਚੱਕਣਾ ਹੈ, ਪਰ ਪੰਜਾਬੀ ਮਾਂ ਬੋਲੀ ਦੇ ਨਾਲ ਤਾਂ ਫਿਰ ਅਤਿਆਚਾਰ ਹੋ ਗਿਆ ਜੀ। ਜਿਨ੍ਹਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ, ਲਿਖਣੀ ਨਹੀਂ ਆਉਂਦੀ, ਊੜਾੜਾ ਵੀ ਹੋ ਸਕਦਾ ਉਹਨਾਂ ਨੂੰ ਨਾ ਲਿਖਣਾ ਆਉਂਦਾ ਹੋਵੇ, ਇਹੋ ਜਿਹੇ ਬੱਚੇ ਮਾਸਟਰ ਬਣ ਜਾਣਗੇ ਤਾਂ ਫਿਰ ਆਪਣੇ ਛੋਟੇ ਬੱਚਿਆਂ ਦਾ ਕੀ ਹੋਊਗਾ। ਸਾਡੀ ਬੇਨਤੀ ਹੈ ਜੀ, ਕਿਰਪਾ ਕਰਕੇ ਜੇ ਤੁਹਾਡੇ ਤੱਕ ਨਹੀਂ ਆਇਆ ਮਸਲਾ, ਹੁਣ ਇਸ ਮੀਡੀਆ ਦੇ ਰਾਹੀਂ ਤੁਹਾਡੇ ਕੋਲ ਮਸਲਾ ਆ ਰਿਹਾ, ਔਰ ਮੈਂ ਇਹਨਾਂ ਮੀਡੀਆ ਵਾਲੇ ਪੱਤਰਕਾਰ ਭਰਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਇਸ ਤੋਂ ਪਹਿਲਾਂ ਵੀ ਛੋਟੇ ਲੈਵਲ ਤੇ ਮੀਡੀਆ ਤੇ ਪਾਏ ਸੀ, ਕੁਛ ਨੇ ਤਾਂ ਸਾਡੀ ਨਹੀਂ ਚਲਾਈ ਖਬਰ, ਉਹਨਾਂ ਦਾ ਵੀ ਧੰਨਵਾਦ ਹੈ ਜੀ, ਬਹੁਤ ਬਹੁਤ ਧੰਨਵਾਦ, ਸਾਰਿਆਂ ਦਾ ਧੰਨਵਾਦ ਜੀ। ਤਾਂ ਇਹ ਉਹ ਕੈਂਡੀਡੇਟ ਸੀ ਜਿਹੜੇ 1-2 ਨੰਬਰਾਂ ਦੇ ਕਰਕੇ ਪਛੜ ਗਏ ਨੇ ਜਾਂ ਲਿਸਟ ਦੇ ਵਿੱਚੋਂ ਹੀ ਬਾਹਰ ਕਰ ਦਿੱਤੇ ਗਏ। ਇਹਨਾਂ ਨੂੰ ਸ਼ੱਕ ਹੈ ਕਿ ਜਿਹੜਾ ਰਿਜ਼ਲਟ ਪਾਇਆ ਗਿਆ ਉਸ ਦੇ ਵਿੱਚ ਕੋਈ ਨਾ ਕੋਈ ਗੜਬੜ ਜ਼ਰੂਰ ਹੋਈ ਹੈ। ਇਹਨਾਂ ਨੇ ਸਿੱਧਾ ਹੀ ਮੁੱਖ ਮੰਤਰੀ ਤੱਕ ਪਹੁੰਚ ਕਰਦਿਆਂ ਅਪੀਲ ਕੀਤੀ ਹੈ ਕਿ ਘੱਟੋ ਘੱਟ ਇਸ ਮਸਲੇ ਦੇ ਵਿੱਚ ਤਫਤੀਸ਼ ਹੋਵੇ, ਜਾਂਚ ਹੋਵੇ। ਬਹੁਤ ਸਾਰੇ ਲੋਕ ਦੋਸ਼ੀ ਪਾਏ ਜਾ ਸਕਦੇ ਨੇ ਕਿਉਂਕਿ ਇਸ ਭਰਤੀ ਦੇ ਵਿੱਚ ਜਿਹੜੀ ਕਿ ਜਿਸ ਦੇ ਬਾਰੇ ਅਸੀਂ ਗੱਲਬਾਤ ਕੀਤੀ ਉਸ ਵਿੱਚ ਕੋਈ ਨਾ ਕੋਈ ਗੜਬੜ ਜ਼ਰੂਰ ਹੋਈ ਹੈ। ਹੁਣ ਇਹਨਾਂ ਕੈਂਡੀਡੇਟਸ ਦਾ ਕੀ ਕਸੂਰ ਹੈ ਜਿਹੜੇ ਨੌਕਰੀ ਲੈਣ ਦੇ ਲਈ ਇੰਨੀ ਮਿਹਨਤ ਕਰਦੇ ਨੇ, ਸਖਤ ਮਿਹਨਤ ਤੋਂ ਬਾਅਦ ਜਦੋਂ ਰਿਜ਼ਲਟ ਦੇ ਵਿੱਚ ਇਹਨਾਂ ਨਾਲ ਹੇਰ-ਫੇਰ ਹੋ ਜਾਵੇ ਤਾਂ ਕੀ ਬਣੇਗਾ। ਇਹਨਾਂ ਨੇ ਇੱਕ ਹੋਰ ਸ਼ੱਕ ਦਾ ਪ੍ਰਗਟਾਵਾ ਕੀਤਾ ਕਿ ਜਾਅਲੀ ਸਰਟੀਫਿਕੇਟ ਲਗਾ ਕੇ ਵੀ ਸਕਰੂਟਨੀ ਕਰਵਾਈ ਜਾ ਰਹੀ ਹੈ, ਨੌਕਰੀ ਪਾਈ ਜਾ ਰਹੀ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ, ਫਿਰ ਹੀ ਪਤਾ ਲੱਗੇਗਾ ਕੌਣ ਦੋਸ਼ੀ ਹੈ ਤੇ ਕੌਣ ਨਿਰਦੋਸ਼। ਫਿਲਹਾਲ ਇਸ ਰਿਪੋਰਟ ਦੇ ਵਿੱਚ ਇੰਨਾ ਹੀ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂਕਾ, ABC ਪੰਜਾਬ, ਚੰਡੀਗੜ੍ਹ।